ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਧੰਨ ਹਨ, ਗੁਰੂ ਜੀ ਵਾਹ ਹਨ। ਗੁਰੂ ਜੀ ਦਾ ਖਾਲਸਾ ਵੀ ਧੰਨ ਹੈ, ਗੁਰੂ ਜੀ ਦੀ ਫਤਿਹ ਵੀ ਧੰਨ ਹੈ। ਧੰਨ ਨੂੰ ਹੀ ਵਾਹ ਕਿਹਾ ਗਿਆ ਹੈ। ਵਾਹ ਸ਼ਬਦ ਫਾਰਸੀ ਵਿੱਚੋਂ ਹੈ ਅਤੇ ਗੁਰੂ ਸ਼ਬਦ ਸੰਸਕ੍ਰਿਤ ਦਾ ਹੈ। ਪਿਆਰੇ ਦਰਸ਼ਕੋ, ਆਪਾਂ ਵਿਚਾਰ ਕਰ ਰਹੇ ਹਾਂ ਸੂਰਜ ਪ੍ਰਕਾਸ਼ ਦੇ ਗੋਪਾੜ। ਸੂਰਜ ਪ੍ਰਕਾਸ਼ ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ ਇਹ ਗ੍ਰੰਥ ਹੈ, ਜਿਹੜਾ ਕਿ 1843 ਚ ਪੂਰਾ ਹੋਇਆ। ਇਹ ਗ੍ਰੰਥ, ਇਸ ਵਿੱਚ ਕੋਈ ਸ਼ੱਕ ਨਹੀਂ, ਕਵੀ ਨੇ 10 ਪਾਤਸ਼ਾਹੀਆਂ ਦਾ ਜੀਵਨ ਕਵਿਤਾ ਰੂਪ ਵਿੱਚ ਲਿਖਿਆ। ਪਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਕਵੀ ਨੇ ਗੁਰੂਆਂ ਨੂੰ ਬਖਸ਼ਿਆ ਨਹੀਂ। ਜਿੰਨੀਆਂ ਮਨਮਤਾਂ ਕਵੀ ਜੋੜ ਸਕਦਾ ਸੀ ਉਸਨੇ ਜੋੜੀਆਂ। ਇਸ ਦਾ ਕਾਰਨ ਪਹਿਲਾਂ ਆਪਾਂ ਵਿਚਾਰ ਕਰ ਚੁੱਕੇ ਹਾਂ। ਮਹਾਨ ਕੋਸ਼ ਵਿੱਚ ਸਾਫ਼ ਲਿਖਿਆ ਹੋਇਆ ਕਿ ਕਵੀ ਸੰਤੋਖ ਸਿੰਘ ਨਿਰਮਲਾ ਸੰਪਰਦਾ ਵਿੱਚੋਂ ਨਿਰਮਲਿਆ ਕੋਲੋਂ ਪੜ੍ਹਿਆ ਹੋਇਆ ਸੀ ਤੇ ਇਸ ਦੀ ਸੰਗਤ ਰਾਜੇ ਦੇ ਪੰਡਿਤ ਸੇਵਾਦਾਰਾਂ ਨਾਲ ਸੀ। ਰਾਜੇ ਦੇ ਕੁਝ ਸੇਵਕ ਪੰਡਿਤ ਸਨ। ਜਿੱਥੇ ਇਹ ਰਾਜੇ ਕੋਲ ਚਲੇ ਗਿਆ ਸੀ, ਰਾਜੇ ਕੋਲ ਰਹਿ ਕੇ ਇਸ ਨੇ ਇਹ ਗ੍ਰੰਥ ਲਿਖਿਆ ਤੇ ਰਾਜੇ ਦੇ ਬਹੁਤ ਸਾਰੇ ਸੇਵਕ ਉੱਥੇ ਪੰਡਿਤ ਸਨ। ਉਹਨਾਂ ਪੰਡਤਾਂ ਵਿੱਚ ਰਹਿ ਕੇ ਇਸ ਨੇ ਜੋ ਬ੍ਰਾਹਮਣਵਾਦ ਇਸ ਗ੍ਰੰਥ ਵਿੱਚ ਘਸੋੜਿਆ, ਇਹ ਅਤੀ ਨਿੰਦਣਯੋਗ ਹੈ। ਇਸ ਨੇ ਗੁਰੂ ਪਾਤਸ਼ਾਹ ਨੂੰ ਵੀ ਨਹੀਂ ਬਖਸ਼ਿਆ। ਜੋ ਜੋ ਮਨਮਤਾਂ ਜੋੜ ਸਕਦਾ ਹੋਇਆ ਉਸ ਨੇ ਜੋੜੀਆਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨਮਤਾਂ ਵਿੱਚੋਂ ਨਿਕਲਣ ਵਾਸਤੇ ਪ੍ਰੇਰਨਾ ਕਰਦੀ ਹੈ। ਥਾਂ ਥਾਂ ਦੇ ਉੱਤੇ ਲਿਖਿਆ ਹੋਇਆ ਤੋਂ ਜਾਪਦਾ ਹੈ। ਇਹ ਸਾਰੀਆਂ ਗੱਲਾਂ ਪੜ੍ਹ ਕੇ ਪਤਾ ਲੱਗਦਾ ਵੀ ਕਵੀ ਨੇ ਜਾਂ ਤਾਂ ਗੁਰਬਾਣੀ ਪੜ੍ਹੀ ਨਹੀਂ, ਜੇ ਪੜ੍ਹੀ ਹੈ ਤਾਂ ਅੱਖਾਂ ਮੀਟ ਕੇ ਬਿਨਾਂ ਅਰਥਾਂ ਤੋਂ, ਬਿਨਾਂ ਸਮਝ ਤੋਂ, ਅਤੇ ਗੁਰਬਾਣੀ ਦੇ ਜਿਹੜੇ ਉਪਦੇਸ਼, ਗੁਰਬਾਣੀ ਦੀ ਫਿਲਾਸਫੀ ਜਿਹੜੀ ਹੈ ਉਸ ਨੂੰ ਇਹਨੇ ਛਿੱਕੇ ਉੱਤੇ ਟੰਗ ਦਿੱਤਾ। ਛਿੱਕੇ ਉੱਤੇ ਟੰਗ ਕੇ ਇਹਨੇ ਮਨਮਤਾਂ ਦਰਜ ਕੀਤੀਆਂ, ਭਾਵੇਂ ਪੰਡਤਾਂ ਦੇ ਕਹਿਣ 'ਤੇ ਕੀਤੀਆਂ ਜਾਂ ਇਹਨੇ ਆਪਣੇ ਆਪ ਕੀਤੀਆਂ। ਇਹ ਇਸ ਕਵੀ ਦਾ ਕੀਤਾ ਹੋਇਆ ਘੋਰ ਅਪਰਾਧ ਹੈ। ਇਹ ਬਖਸ਼ਣਯੋਗ ਨਹੀਂ ਹੈ। ਗੁਰੂ ਪਾਤਸ਼ਾਹਾਂ ਨੂੰ ਕਿਸੇ ਵੀ ਤਰ੍ਹਾਂ ਉਹਨਾਂ ਦਾ ਅਪਮਾਨ ਕਰਨਾ, ਉਹਨਾਂ ਨੂੰ ਮਨਮਤਾਂ ਨਾਲ ਜੋੜਨਾ, ਇਸ ਤੋਂ ਵੱਡਾ ਅਪਰਾਧ ਕੀ ਹੋ ਸਕਦਾ। ਕੋਈ ਸਟੇਜ 'ਤੇ ਬੈਠ ਕੇ ਕਿਸੇ ਗੁਰੂ ਪਾਤਸ਼ਾਹ ਵਿਰੁੱਧ ਇਸ ਤਰ੍ਹਾਂ ਦੀ ਗੱਲ ਕਰੇ ਤਾਂ ਸੰਗਤ ਉਸ ਨੂੰ ਬਖਸ਼ੇਗੀ ਨਹੀਂ, ਸਟੇਜ ਤੋਂ ਉਤਾਰ ਕੇ ਕੁਟਾਪਾ ਵੀ ਕਰੇਗੀ। ਪਰ ਇਸ ਕਵੀ ਦਾ ਜਿਹੜਾ ਗ੍ਰੰਥ ਲਿਖਿਆ ਹੋਇਆ ਇਹ ਬਿਲਕੁਲ ਉਸੇ ਤਰ੍ਹਾਂ ਹੀ ਚੱਲ ਰਿਹਾ। ਇਸ ਗ੍ਰੰਥ ਦੀ ਕਥਾ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਕੀਤੀ ਜਾ ਰਹੀ ਹੈ। ਕਥਾਵਾਚਕ ਕਥਾ ਕਰਦੇ ਹਨ, ਪਰ ਜਦੋਂ ਕਥਾ ਕਰਦਿਆਂ ਕਰਦਿਆਂ ਉਹਨਾਂ ਨੂੰ ਇੱਦਾਂ ਦੀਆਂ ਗੱਲਾਂ ਲੱਭਦੀਆਂ ਵਿੱਚੋਂ, ਉਹ ਇਹਨਾਂ ਨੂੰ ਸਕਿਪ ਕਰ ਜਾਂਦੇ ਹਨ। ਉਹ ਦੱਸਦੇ ਨਹੀਂ ਸੰਗਤਾਂ ਨੂੰ ਵੀ ਇਹ ਮਨਮਤਾਂ ਲਿਖੀਆਂ ਹੋਈਆਂ। ਸੰਗਤਾਂ ਨੂੰ ਇਸ ਕਰਕੇ ਪਤਾ ਹੀ ਨਹੀਂ ਕਿ ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਉਹਦੇ ਵਿੱਚ ਮਨਮਤਾਂ ਜਾਂ ਬ੍ਰਾਹਮਣਵਾਦ ਹੀ ਭਰਿਆ ਹੋਇਆ ਹੈ। ਲੋਕਾਂ ਨੂੰ ਪਤਾ ਹੀ ਨਹੀਂ ਹੈ, ਸੰਗਤਾਂ ਨੂੰ ਪਤਾ ਨਹੀਂ ਹੈ, ਕਿਉਂਕਿ ਕਥਾਵਾਚਕ ਇਹ ਗੱਲਾਂ ਛੇੜਦੇ ਨਹੀਂ। ਹੋ ਸਕਦਾ ਉਹ ਡਰਦੇ ਹੋਣ ਕਿ ਅਗਾਂਹ ਤੋਂ ਉਹਨਾਂ ਨੂੰ ਸਟੇਜ 'ਤੇ ਬੁਲਾਉਣਾ ਨਹੀਂ ਕਿਸੇ ਨੇ, ਇਸ ਕਰਕੇ ਉਹ ਇਹਨਾਂ ਗੱਲਾਂ ਨੂੰ ਉਹ ਟਾਲ ਜਾਂਦੇ। ਇਹ ਵੀ ਬਹੁਤ ਵੱਡੀ ਗਲਤੀ ਹੈ ਜਿਹੜੀ ਕਿ ਕਥਾਵਾਚਕ ਕਰ ਰਹੇ ਹਨ।
ਸੋ 10ਵੇਂ ਪਾਤਸ਼ਾਹ ਬਾਰੇ ਅਸੀਂ ਪਿਛਲੀ ਵੀਡੀਓ ਵਿੱਚ ਵਿਚਾਰ ਕੀਤੇ ਸੀ, ਭਾਗ ਨੰਬਰ 15 ਵਿੱਚ, ਕਿ ਕਵੀ ਨੇ 10ਵੇਂ ਪਾਤਸ਼ਾਹ ਨੂੰ ਦੁਰਗਾ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਦੁਰਗਾ ਦੇ ਖਿਆਲ ਕਵੀ ਨੇ 10ਵੇਂ ਪਾਤਸ਼ਾਹ ਦੇ ਅੰਦਰ ਭਰ ਦਿੱਤੇ ਤੇ ਇਹ ਕਿਹਾ, 10ਵੇਂ ਪਾਤਸ਼ਾਹ ਕੋਲੋਂ ਕਹਾਇਆ ਕਿ ਦੁਰਗਾ ਦੀ ਪੂਜਾ ਤੋਂ ਬਿਨਾਂ, ਦੁਰਗਾ ਦੀ ਸਹਾਇਤਾ ਤੋਂ ਬਿਨਾਂ ਉਹ ਮੈਦਾਨੇ ਜੰਗ ਵਿੱਚ ਲੜ ਨਹੀਂ ਸਕਦੇ, ਜਿੱਤ ਨਹੀਂ ਪ੍ਰਾਪਤ ਕਰ ਸਕਦੇ। ਤੇ ਗੁਰੂ ਜੀ ਕੋਲੋਂ ਕਵੀ ਨੇ ਦੁਰਗਾ ਨੂੰ ਆਪਣੀ ਮਾਂ ਵੀ ਕਹਾਇਆ। ਇੰਨੀਆਂ ਭਾਰੀਆਂ ਇਹ ਮਨਮਤਾਂ, ਇੰਨਾ ਘੋਰ ਅਪਰਾਧ ਕੀਤਾ ਹੋਇਆ, ਇਸ ਦਾ ਨਾ ਸ਼੍ਰੋਮਣੀ ਕਮੇਟੀ ਨੋਟਿਸ ਲੈ ਰਹੀ ਹੈ, ਨਾ ਜਥੇਦਾਰ ਨੋਟਿਸ ਲੈ ਰਹੇ ਹਨ, ਨਾ ਕੋਈ ਹੋਰ ਸੰਸਥਾ ਹੋਰ ਉੱਭਰ ਕੇ ਸਾਹਮਣੇ ਆ ਰਹੀ ਹੈ ਵੀ ਇਹਨਾਂ ਮਨਮਤਾਂ ਦਾ ਕੀ ਇਲਾਜ ਕਰਨਾ। ਇਸ ਗ੍ਰੰਥ ਬਾਰੇ, ਇਸ ਨੂੰ, ਇਹਦੇ ਵਿੱਚ ਜੋ ਇਹ ਕੂੜ ਕੁਆੜ ਭਰਿਆ ਹੋਇਆ ਕਿਸ ਤਰ੍ਹਾਂ ਬਾਹਰ ਕੱਢਣਾ, ਇਸ ਬਾਰੇ ਸਭ ਸੰਸਥਾਵਾਂ ਲਗਭਗ ਚੁੱਪ ਹਨ। ਆਪਾਂ ਅੱਜ ਵਿਚਾਰ ਕਰਦੇ ਹਾਂ। ਕਵੀ ਕਹਿੰਦਾ ਹੈ ਕਿ ਸਤਿਗੁਰੂ ਜੀ ਭੰਗ ਅਤੇ ਫੀਮ ਇਹ ਵੀ ਛਕਦੇ ਸਨ, ਭੰਗ ਅਤੇ ਫੀਮ ਦੇ ਆਦੀ ਸਨ। ਹੁਣ ਇਹ ਗੱਲਾਂ ਜਿਹੜੀਆਂ ਇਹ ਕਿਤੇ ਲਿਖਣ ਵਾਲੀਆਂ ਜਾਂ ਇਹ ਗੱਲਾਂ ਕਹਿਣ ਵਾਲੀਆਂ ਗੁਰੂ ਜੀ ਪ੍ਰਤੀ, ਪਰ ਕਵੀ ਨੇ ਇਹ ਸਾਰੀ ਆਪਣੀ ਸ਼ਰਮ ਲਾ ਕੇ ਸਿੱਕੇ ਤੇ ਟੰਗ ਕੇ ਉਸ ਨੇ ਗੁਰੂ ਜੀ ਨੂੰ ਵੀ ਨਹੀਂ ਬਖਸ਼ਿਆ, ਭੰਗ ਸੁੱਖੇ ਤੇ ਫੀਮ ਨਾਲ ਗੁਰੂ ਜੀ ਨੂੰ ਜੋੜਿਆ। ਤੋ ਆਪਾਂ ਦੇਖਦੇ ਹਾਂ ਕਿ ਇਹ ਇਸ ਤਰ੍ਹਾਂ ਇਸਨੇ ਕਿੱਥੇ ਇਹ ਗੱਲਾਂ ਲਿਖੀਆਂ। ਇਹ ਹੈ ਰੁੱਤ ਤੀਜੀ ਅਧਿਆਇ ਚੌਥਾ। ਤੀਸਰੀ ਰੁੱਤ ਦਾ ਜਿਹੜਾ ਤੀਸਰਾ ਅਧਿਆਇ ਹੈ, ਇਹ ਪਿਛਲੀ ਵੀਡੀਓ ਵਿੱਚ ਸਮਾਪਤ ਕੀਤਾ ਸੀ, ਜਿੱਥੇ ਕਵੀ ਸੰਤੋਖ ਸਿੰਘ ਨੇ ਗੁਰੂ ਜੀ ਨੂੰ ਦੁਰਗਾ ਮਾਈ ਦਾ ਪੁਜਾਰੀ ਜਿਹੜਾ ਬਣਾਉਣ ਵਾਲਾ ਜਿਹੜਾ ਉਹ ਤੋਰ ਦਿੱਤਾ, ਤੇ ਗੁਰੂ ਜੀ ਸੋਚਦੇ ਆ ਕਿ ਉਹ ਹੁਣ ਦੁਰਗਾ ਦੀ ਪੂਜਾ ਕਰਨਗੇ। ਤੋ ਜਿਹੜਾ ਇਹ ਰੁੱਤ ਤੀਜੀ ਦਾ ਚੌਥਾ ਅਧਿਆਇ ਹੈ, ਇਹਦੇ ਵਿੱਚ ਫਿਰ ਇੱਕ ਪੰਡਤ ਕੇਸ਼ਵ ਦਾਸ ਜਿਹੜਾ ਹੈ ਬ੍ਰਾਹਮਣ, ਇਹ ਆਉਂਦਾ ਤੇ ਇਹਨਾਂ ਨਾਲ ਮਿਲਾਪ ਕਿੱਦਾਂ ਹੁੰਦਾ ਇਹ ਆਪਾਂ ਫਿਰ ਬਾਅਦ 'ਚ ਦੇਖਾਂਗੇ। ਪਹਿਲਾਂ ਇਸੇ ਕੇਸ਼ਵ ਦਾਸ ਦੇ ਮਿਲਣ ਦੇ ਸੰਬੰਧ ਜਿਹੜਾ ਚੈਪਟਰ ਹੈ ਚੌਥਾ, ਇਹਦੇ ਵਿੱਚ ਆਪਾਂ ਦੋ ਚੀਜ਼ਾਂ ਦੇਖਣੀਆਂ ਕਿ ਕਵੀ ਨੇ ਗੁਰੂ ਜੀ ਨੂੰ ਕਿਸ ਤਰ੍ਹਾਂ ਇਹਨਾਂ ਨਸ਼ਿਆਂ ਦੇ ਨਾਲ ਜੋੜ ਦਿੱਤਾ। ਤਾਂ ਆਪਾਂ ਚੱਲਦੇ ਹਾਂ ਹੁਣ। ਜਿਹੜਾ ਅਸਲੀ ਇਹਦਾ ਟੈਕਸਟ ਹੈ ਇਹ ਹੈ ਉੱਪਰ ਲਿਖਿਆ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਰੁੱਤ ਨੰਬਰ 3, ਤੀਜੀ ਰੁੱਤ ਹੈ। ਤੇ ਇੱਥੇ ਕੇਸ਼ਵ ਦਾਸ ਦਾ ਮਿਲਣਾ ਇਹਦਾ ਹੈਡਿੰਗ ਬਣਾਇਆ। 4 ਨੰਬਰ ਦਾ ਚੌਥਾ ਇਹਦਾ ਚੈਪਟਰ, ਚੌਥਾ ਅਧਿਆਇ ਹੈ। ਸੋ ਇਹਦੇ ਵਿੱਚ ਆਪਾਂ ਦੇਖਦੇ ਹਾਂ ਸ਼ੁਰੂ ਵਿੱਚ ਇਹ ਦੋਹਰਾ ਲਿਖਿਆ ਹੋਇਆ, ਚਿਤਵਤ ਵਿਦਿਤਨ ਚੰਡਕਾ ਸ਼੍ਰੀ ਸਤਿਗੁਰ ਮਹਾਰਾਜ ਅਖੇ ਸ਼੍ਰੀ ਸਤਿਗੁਰੂ ਜੀ ਚੰਡਕਾ ਦੇਵੀ ਜਿਹੜੀ ਹੈ ਚੰਡੀ, ਜਿਹਨੂੰ ਦੁਰਗਾ, ਪਾਰਵਤੀ, ਕਾਲਕਾ, ਭਗਵਤੀ, ਭਗਵਤੀ ਕਈ ਇਸ ਦੇ ਨਾਂ ਹਨ। ਪਾਰਵਤੀ ਦੇ ਇਹ ਨਾਂ ਸਾਰੇ ਦਸ਼ਗ੍ਰੰਥ ਵਿੱਚ ਮਿਲਦੇ ਹਨ, ਉੱਥੋਂ ਹੀ ਇਹ ਕੱਢਿਆ ਇਹਨੇ ਨਾਂ ਚੰਡਕਾ। ਤੋ ਇਹ ਚੰਡਕਾ ਜਿਹੜੀ ਇਹਦਾ ਵਿਚਾਰ ਸਤਿਗੁਰੂ ਜੀ ਕਹਿੰਦਾ, ਕਵੀ ਕਹਿੰਦਾ ਆਪਣੇ ਮਨ ਵਿੱਚ ਇਹਦਾ ਵਿਚਾਰ ਬਣਾ ਰਹੇ ਸਨ ਕਿ ਇਹਨੂੰ ਹੁਣ ਕਿੱਦਾਂ ਆਪਾਂ ਪ੍ਰਗਟ ਕਰੀਏ। ਚਿਤਵਤ ਵਿਦਿਤਨ ਚੰਡਕਾ ਸ਼੍ਰੀ ਸਤਿਗੁਰ ਮਹਾਰਾਜ ਸੁਪਤ ਜਥਾ ਸੁਖ ਨਿਸ਼ ਵਿਖੈ ਵੱਡੇ ਗਰੀਬ ਨਿਵਾਸ। ਇਹਦਾ ਅਰਥ ਬਣਿਆ ਸਤਿਗੁਰੂ ਮਹਾਰਾਜ ਜੀ ਚਿੱਤ ਵਿੱਚ ਚੰਡਕਾ ਪ੍ਰਗਟ ਕਰਨ ਦਾ ਵਿਚਾਰ ਬਣਾ ਰਹੇ ਸਨ। ਵੱਡੇ ਗਰੀਬ ਨਿਵਾਜ ਰਾਤ ਨੂੰ ਸੁਖ ਸਹਿਤ ਸੌਂ ਗਏ। ਹੁਣ ਸੌਂ ਗਏ ਤੋਂ ਬਾਅਦ ਜੋ ਅਗਾਂਹ ਕਵੀ ਲਿਖਦਾ ਉੱਠਦੇ ਕਿਵੇਂ ਆ, ਇਹ ਦੇਖੋ ਇਹਨੇ ਕਿੱਡਾ ਘੋਰ ਅਪਰਾਧ ਕੀਤਾ ਕਵੀ ਸੰਤੋਖ ਸਿੰਘ ਨੇ 10ਵੇਂ ਪਾਤਸ਼ਾਹ ਪ੍ਰਤੀ।
ਤੋ ਇਹ ਕਹਿੰਦਾ ਹੈ ਕਿ ਜਦੋਂ ਸਵੇਰ ਨੂੰ ਉੱਠਣਾ ਹੁੰਦਾ ਹੈ ਤਾਂ ਫਿਰ ਗੁਰੂ ਜੀ ਦੇ ਦਰਵਾਜ਼ੇ 'ਤੇ ਬਾਹਰ ਬਹੁਤ ਉੱਚੀ ਉੱਚੀ ਘੜਿਆਲ ਆਦਿਕ ਕਈ ਤਰ੍ਹਾਂ ਦੇ ਇਹ ਜਿਹੜੇ ਇਸ ਤਰ੍ਹਾਂ ਦੇ ਮਿਰਦੰਗ, ਘੜਿਆਲ ਅਤੇ ਤੂਤੀਆਂ ਆਦਿਕ ਵੱਜਦੀਆਂ, ਉੱਚੀ ਉੱਚੀ ਸ਼ੋਰ ਪਾਉਂਦੀਆਂ। ਪਾਦੜੀ ਛੰਦ ਜਿਹੜਾ ਹੈ ਇਹ ਅੱਗੇ ਲਿਖਿਆ ਹੋਇਆ, ਉਠਿਅੰਤ ਤੇਜ ਤੇ ਤੇਜ ਰੂਪ, ਖੁੱਲਿਅੰਤ ਪਲਕ ਲੋਚਨ ਅਨੂਪ, ਪੜਿਅੰਤ ਸ਼ਬਦ ਚੌਂ ਓਰ ਜ਼ੋਰ, ਧੁਨੀ ਰਾਗ ਸੋ ਮਧੁਰ ਮ੍ਰਿਦੰਗ ਘੋਰ। ਤਾਂ ਜਦੋਂ ਉੱਠਣਾ ਹੁੰਦਾ ਸਤਿਗੁਰੂ ਜੀ ਦਾ, ਨੇਤਰਾਂ ਦੀਆਂ ਪਲਕਾਂ ਖੁੱਲ੍ਹ ਗਈਆਂ ਤੇ ਚਾਰੇ ਪਾਸੇ ਫਿਰ ਉੱਚੀ ਉੱਚੀ ਸ਼ਬਦ ਪੜ੍ਹੇ ਜਾ ਰਹੇ ਹਨ, ਰਾਗ ਦੀ ਮਿੱਠੀ ਧੁਨ ਵੱਜ ਰਹੀ ਆ ਤੇ ਬੜੀ ਉੱਚੀ ਉੱਚੀ ਮ੍ਰਿਦੰਗ ਵੱਜ ਰਹੀ ਆ। ਜਿੱਦਾਂ ਵੀ ਗੁਰੂ ਜੀ ਨੂੰ ਪਤਾ ਹੀ ਨਹੀਂ ਕਿ ਉੱਠਣਾ ਆ ਸਵੇਰ ਨੂੰ, ਅੰਮ੍ਰਿਤ ਵੇਲੇ ਜਾਗਣਾ ਆ। ਸਾਰੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ, ਇਹ ਅੰਮ੍ਰਿਤ ਵੇਲੇ ਜਾਗਣ 'ਤੇ ਜ਼ੋਰ ਦਿੰਦੀ ਹੈ ਅਤੇ ਇੱਥੇ ਸਿੱਖਾਂ ਨੂੰ ਉਪਦੇਸ਼ ਦਿੰਦੀ ਹੈ ਇਸ ਤਰ੍ਹਾਂ ਕਰਨ ਲਈ। ਅਤੇ ਇੱਥੇ ਗੁਰੂ ਜੀ ਨੂੰ ਹੀ ਇਸ ਤਰ੍ਹਾਂ ਸਾਬਤ ਕੀਤਾ ਹੈ ਵੀ ਇਹਨਾਂ ਨੂੰ ਸਵੇਰ ਨੂੰ ਜਾਗ ਹੀ ਨਹੀਂ ਆਉਂਦੀ ਅਤੇ ਇਹਨਾਂ ਦੇ ਦਰ ਦੇ ਉੱਤੇ ਉੱਚੀ ਉੱਚੀ ਮ੍ਰਿਦੰਗ ਲੋਕ ਵਜਾਉਂਦੇ ਆ, ਉੱਚੀ ਉੱਚੀ ਸ਼ਬਦ ਗਾਉਂਦੇ ਆ। ਦੇਖੋ ਅੱਗੇ ਫਿਰ ਨੰਬਰ 3 ਜਿਹੜਾ ਬੰਦ ਹੈ, ਇਹਦੇ ਵਿੱਚ ਕੀ ਲਿਖਿਆ, ਚਰਣੰਤ ਤਾਰ ਬਜੰਤ ਬੈਨ, ਗਾਵੰਤ ਗਿਆਨ ਦਾ ਗੁਰ ਨਿਬੈਨ, ਤਰਿਅੰਤ ਹਿਰਦੇ ਜਿਨ ਕੋ ਵਿਚਾਰ, ਨਸ਼ਟੰਤ ਕਾਮ ਆਦਿਕ ਵਿਕਾਰ। ਇਹ 3 ਬੰਦ ਹੈ ਜਿਹਦਾ ਅਰਥ ਬਣਿਆ, ਸਾਜ਼ਾਂ ਦੀਆਂ ਤਾਰਾਂ ਦੀ ਝਰਨਾਹਟ ਪੈਂਦੀ ਆ, ਸਾਜ਼ਾਂ ਵਿੱਚੋਂ ਬੋਲ ਵੱਜਦੇ ਹਨ। ਜਿੱਦਾਂ ਗੁਰੂ ਜੀ ਨੂੰ ਪਤਾ ਹੀ ਨਹੀਂ ਕਿ ਉੱਠਣਾ ਆ ਤੇ ਉਹਨੂੰ ਜਗਾਉਣ ਵਾਸਤੇ ਇੰਨਾ ਖੜਾਕਾ ਬਾਹਰ ਕੀਤਾ ਜਾ ਰਿਹਾ। ਗਿਆਨ ਦੇਣ ਵਾਲੀ ਗੁਰਬਾਣੀ ਦਾ ਗਾਇਨ ਕਰਦੇ ਹਨ, ਜਿਸ ਦੇ ਵਿਚਾਰ ਹਿਰਦੇ ਵਿੱਚ ਧਾਰਨ ਕਰਦੇ ਹਨ ਤੇ ਜਿਹੜੀ ਕਈ ਵਿਕਾਰਾਂ ਤੋਂ ਬਚਾਉਂਦੀ ਹੈ ਬਾਣੀ। ਤੋਂ ਅੱਗੇ ਫਿਰ ਕਵੀ ਲਿਖਦਾ ਚੌਥੇ ਬੰਦ ਵਿੱਚ, ਝੜਿਅੰਤ ਡੰਕ ਨੌਬਤ ਬਜੰਤ, ਤਰਸਯੰਤ ਸ਼ਤਰ ਸ਼ਰੋਨੇ ਸੁਨੰਤ, ਬੋਲਤ ਨਕੀਬ ਸਤਿਗੁਰ ਪ੍ਰਤਾਪ। ਤੇ ਇਹ ਚੌਥਾ ਬੰਦ ਹੈ ਜਿਹਦਾ ਅਰਥ ਬਣਦਾ, ਡੱਗੇ ਮਾਰਨ ਨਾਲ ਧੌਂਸੇ ਵੱਜ ਰਹੇ ਆ, ਵੈਰੀ ਕੰਨੀ ਸੁਣ ਕੇ ਡਰਦੇ ਹਨ ਜਿੰਨਾ ਖੜਾਕਾ ਹੋ ਰਿਹਾ। ਨਕੀਬ ਸਤਿਗੁਰੂ ਜੀ ਦੇ ਪ੍ਰਤਾਪ ਬਾਰੇ ਬੋਲਦੇ ਹਨ, ਜਿੱਥੇ ਕਿੱਥੇ ਕਰਤਾਰ ਦਾ ਜਾਪ ਹੋ ਰਿਹਾ ਹੈ। ਇਹ ਦੇਖੋ ਕਵੀ ਗੁਰੂ ਜੀ ਨੂੰ ਜਗਾਉਣ ਵਾਸਤੇ, ਉਠਾਉਣ ਵਾਸਤੇ ਇਹ ਪਖੰਡ ਇਸ ਤਰ੍ਹਾਂ ਇਹ ਕਰਵਾ ਰਿਹਾ। ਡੰਕੇ ਰਣੰਕ ਖੜਕੈ ਘੜਿਆਲ, ਦਰ ਪੜ੍ਹੈ ਭਾਟ ਕੀਰਤ ਵਿਸ਼ਾਲ, ਬਜੰਤ ਸੰਖ ਤੁਰਰੀ ਅਨੇਕ, ਸੁਨ ਉੱਠਤ ਸਿੱਖ ਧਾਰਿਤ ਵਿਵੇਕ। ਤੋ ਇਹ 5ਵਾਂ ਬੰਦ ਹੈ ਜਿਹਦੇ ਵਿੱਚ ਲਿਖਿਆ, ਡੰਕੇ ਵੱਜਦੇ ਹਨ, ਘੜਿਆਲ ਖੜਕਦੇ ਹਨ, ਦਰਵਾਜ਼ੇ 'ਤੇ ਭੱਟ ਵਿਸ਼ਾਲ ਕੀਰਤੀ ਪੜ੍ਹਦੇ ਹਨ, ਸ਼ੰਖ ਵੱਜਦੇ ਹਨ, ਅਨੇਕਾਂ ਤੁਰੀਆਂ ਵੱਜਦੀਆਂ ਹਨ। ਇਹ ਜਿਹੜੇ ਮੰਦਰਾਂ ਮੂਹਰੇ ਸ਼ੰਖ ਵੱਜਦੇ ਆ, ਇੱਥੇ ਵੀ ਸ਼ੰਖ ਵਜਾਏ ਜਾ ਰਹੇ ਆ ਉੱਚੀ ਉੱਚੀ ਨਾਲ। ਫਿਰ ਅੱਗੇ ਦੇਖੋ, ਮੰਗਲ ਮਹਾਨ ਮੰਦਰ ਸੋ ਪੌਰ, ਤਿਆਗੰਤ ਨੀਂਦ ਹਿੰਦਵਾਰ ਮੌਰ, ਤਿਸ ਨਾਲ ਅਲੰਕ੍ਰਿਤ ਤਿਸ ਕਾਲ ਅਲੰਕ੍ਰਿਤ ਆਏ ਦਾਸ, ਲੈ ਸ਼ਾਂਤ ਕੁੰਭ ਕੋ ਕੁੰਭ ਪਾਸ। ਇਹ ਹੈ 6ਵਾਂ ਬੰਦ, ਧਿਆਨ ਨਾਲ ਇਸ ਨੂੰ ਜ਼ਰੂਰ ਸੁਣਿਓ। ਘਰ ਦੇ ਦਰਵਾਜ਼ੇ 'ਤੇ ਮਹਾਨ ਮੰਗਲ ਹੁੰਦਾ ਹੈ, ਫਿਰ ਗੁਰੂ ਜੀ ਨੀਂਦ ਛੱਡ ਦਿੰਦੇ ਹਨ। ਇੰਨਾ ਖੜਾਕਾ ਬਾਹਰ ਕੀਤਾ ਜਾਂਦਾ ਵੀ ਗੁਰੂ ਜੀ ਨੀਂਦ 'ਚੋਂ ਨਿਕਲਣ। ਹੱਦ ਹੋ ਗਈ ਵੀ ਗੁਰੂ ਜੀ ਕਿਤੇ ਉਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਤੜਕਾ ਹੋ ਗਿਆ ਜਾਂ ਸਵੇਰ ਦਾ ਉੱਠਣਾ ਸਮਾਂ, ਉਹਨਾਂ ਨੂੰ ਜਗਾਉਣ ਵਾਸਤੇ ਇੰਨਾ ਕੁਛ ਕੀਤਾ ਜਾ ਰਿਹਾ, ਜਿਵੇਂ ਉਹਨਾਂ ਨੇ ਅਮਲ ਖਾਧਾ ਹੋਵੇ, ਜਿਵੇਂ ਉਹਨਾਂ ਨੇ ਇਹ ਨਸ਼ੇ ਕੀਤੇ ਹੋਣ ਕਿ ਜਿਹਨੂੰ ਸੁੱਧ ਬੁੱਧ ਨਹੀਂ ਹੈ। ਇਹ ਕੀ ਪਖੰਡ ਕਵੀ ਜਿਹੜਾ ਇਹ ਕਰਨਾ ਚਾਹੁੰਦਾ, ਇੱਥੇ ਕੀ ਦੱਸਣਾ ਚਾਹ ਰਿਹਾ ਹੈ। 10ਵੇਂ ਪਾਤਸ਼ਾਹ ਬਾਰੇ ਇੰਨਾ ਇਹ ਅਨਰਥ ਲਿਖ ਰਿਹਾ ਹੈ। ਤੋ 6ਵਾਂ ਜਿਹੜਾ ਬੰਦ ਹੈ, ਤੋ ਇਹਦੇ ਵਿੱਚ ਵੀ ਇਹ ਸਾਰੀਆਂ ਗੱਲਾਂ, ਜਦੋਂ ਖੜਾਕੇ ਹੁੰਦੇ ਆ, ਬਾਹਰ ਰੌਲਾ ਪੈਂਦਾ
ਤੇ ਘੜਿਆਲ ਵੱਜਦੇ ਆ ਤੇ ਫਿਰ ਕਹਿੰਦਾ ਗੁਰੂ ਜੀ ਨੀਂਦ ਛੱਡ ਦਿੰਦੇ ਹਨ। ਇੰਨਾ ਰੌਲਾ ਸੁਣ ਕੇ ਗੁਰੂ ਨੂੰ ਜਗਾਉਣ ਵਾਸਤੇ ਇੰਨਾ ਰੌਲਾ ਬਾਹਰ ਪਾਇਆ ਜਾ ਰਿਹਾ, ਨੀਂਦ ਛੱਡ ਦਿੰਦੇ ਹਨ। ਤੇ ਜਦੋਂ ਨੀਂਦ ਛੱਡਦੇ ਹਨ ਫੇਰ ਕੀ ਹੁੰਦਾ, ਤਿਸ ਕਾਲ ਅਲੰਕ੍ਰਿਤ ਆਏ ਦਾਸ। ਉਸ ਵੇਲੇ ਫਿਰ ਵਰਦੀ ਆਦਿ ਨਾਲ ਸਜਿਆ ਹੋਇਆ ਇੱਕ ਸੇਵਕ ਆਉਂਦਾ ਹੈ। ਅਲੰਕ੍ਰਿਤ, ਸਜਿਆ ਹੋਇਆ, ਵਰਦੀ ਜਿਹਨੇ ਪਾਈ ਹੋਈ ਆ, ਸਜਿਆ ਫਵਿਆ, ਆਪਣੇ ਆਪ ਨੂੰ ਸ਼ਿੰਗਾਰਿਆ ਉਹਨੇ, ਇੱਕ ਸੇਵਕ ਆਉਂਦਾ। ਜਦੋਂ ਦੇਖਿਆ ਵੀ ਗੁਰੂ ਜੀ ਦੀ ਨੀਂਦ ਖੁੱਲ੍ਹ ਗਈ ਆ, ਹੁਣ ਜਾਗ ਖੁੱਲ੍ਹ ਗਈ, ਜਾਗ ਆ ਗਈ ਆ, ਤਾਂ ਫਿਰ ਇੱਕ ਸੇਵਕ ਆਉਂਦਾ ਵਰਦੀ ਧਾਰੀ। ਲੈ ਸ਼ਾਂਤ ਕੁੰਭ ਕੋ ਕੁੰਭ ਪਾਸ। ਤੇ ਇਹਦਾ ਮਤਲਬ ਕੀ ਹੋਇਆ, ਉਹ ਸੋਨੇ ਦਾ ਘੜਾ ਲੈ ਕੇ ਗੁਰੂ ਜੀ ਦੇ ਕੋਲ ਆਉਂਦਾ ਹੈ। ਉਹਦੇ ਕੋਲ ਸੋਨੇ ਦਾ ਘੜਾ ਆ, ਤੇ ਇਹ ਕਵੀ ਸੋਨੇ ਤੋਂ ਥੱਲੇ ਗੱਲਾਂ ਹੀ ਨਹੀਂ ਕਰ ਰਿਹਾ। ਸੋਨੇ ਦਾ ਪਲੰਘ, ਸੋਨੇ ਦਾ ਆਸਣ, ਸੋਨੇ ਦਾ ਘੜਾ। ਤੇ ਸੋਨੇ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਵਾਰ-ਵਾਰ ਲਿਖਿਆ, ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ। ਇਹ ਕਵੀ ਨੂੰ ਇਹਨਾਂ ਗੱਲਾਂ ਦਾ ਇਲਮ ਹੀ ਨਹੀਂ ਹੈ ਕਿ ਗੁਰੂ ਜੀ ਕਿਸੇ ਸੋਨੇ ਨਾਲ ਪਿਆਰ ਨਹੀਂ ਕਰਦੇ, ਇਹ ਧਾਤੂਆਂ ਨਾਲ ਪਿਆਰ ਨਹੀਂ ਕਰਦੇ। ਤੇ ਇੱਥੇ ਸੋਨੇ ਦਾ ਘੜਾ ਲੈ ਕੇ ਇੱਕ ਸੇਵਕ ਆ ਰਿਹਾ। ਕਵੀ ਇੱਦਾਂ ਲਿਖ ਰਿਹਾ, ਇਹਦਾ ਨਾਮ ਹੈ ਸ਼ਤਕੁੰਭ। ਨਾਮ ਸ਼ਤਕੁੰਭ ਦਾ ਸ਼ਾਂਤਕੁੰਭ ਦਾ ਮਤਲਬ ਹੈ ਸੋਨਾ। ਤਿਸ ਕਾਲ ਅਲੰਕ੍ਰਿਤ ਆਏ ਦਾਸ, ਲੈ ਸ਼ਾਂਤ ਕੁੰਭ ਕੋ ਕੁੰਭ ਪਾਸ। ਤੋ ਸੰਸਕ੍ਰਿਤ ਵਿੱਚ ਸ਼ਾਂਤਕੁੰਭ ਜਿਹੜਾ ਹੈ ਇਹ ਸੋਨੇ ਨੂੰ ਕਿਹਾ ਜਾਂਦਾ, ਤੇ ਸ਼ਤਕੁੰਭ ਨਾਮ ਦਾ ਪਰਬਤ ਹੈ ਜਿੱਥੋਂ ਸੋਨਾ ਨਿਕਲਦਾ, ਇਸ ਕਰਕੇ ਇਹਦਾ ਨਾਂ ਸ਼ਾਂਤਕੁੰਭ, ਸੋਨੇ ਦਾ ਨਾਂ ਰੱਖ ਦਿੱਤਾ। ਤੋ ਇਸ ਤਰ੍ਹਾਂ ਇਹ ਇੱਕ ਘੜਾ ਲੈ ਕੇ ਆਉਂਦਾ। ਕੁੰਭ ਦਾ ਮਤਲਬ ਹੈ ਘੜਾ। ਇਹ ਘੜੇ ਵਿੱਚ ਕੀ ਆ, ਇਹ ਹੁਣ ਦੇਖਣ ਵਾਲੀ ਗੱਲ ਆ। ਸੋਨੇ ਦਾ ਘੜਾ ਖਾਲੀ ਨਹੀਂ ਲੈ ਕੇ ਆਉਂਦਾ, ਭਰ ਕੇ ਲੈ ਕੇ ਆਉਂਦਾ ਸੇਵਕ। ਹੁਣ ਕਵੀ ਅੱਗੇ ਲਿਖਦਾ, ਘੜੇ ਵਿੱਚ ਕੀ ਆ, ਲੌਂਗ, ਕਾਲੀਆਂ ਮਿਰਚਾਂ, ਹੋਰ ਪਤਾ ਨਹੀਂ ਕੀ ਕੀ ਵਿੱਚ ਇਹਦੇ ਸੁਗੰਧੀ ਵਾਲੀਆਂ ਚੀਜ਼ਾਂ ਪਾਈਆਂ ਹੋਈਆਂ। ਦੇਖੋ ਕੀ ਕੀ ਪਾਇਆ ਵਿੱਚ ਇਹਦੇ, ਜਿਹੜਾ ਘੜਾ ਲੈ ਕੇ ਆਉਂਦਾ। ਕਵੀ ਕਹਿੰਦਾ, ਅਧ ਕੇ ਸੁਗੰਧ ਮਹਿਕਾਰ ਸੰਗ, ਬਹੁ ਰਗੜ ਬਿਦਾਮਨ ਸਹਿਤ ਭੰਗ। ਆ ਦੇਖੋ ਉਹਦੇ 'ਚ ਭੰਗ ਰਗੜ ਕੇ, ਬਦਾਮਾਂ ਨਾਲ ਰਗੜ ਕੇ ਉਹਦੇ ਵਿੱਚ ਸੁਗੰਧੀਆਂ ਪਾਈਆਂ, ਤੇ ਭੰਗ ਵੀ ਨਾਲ ਵਿੱਚ ਪਾਈ ਹੋਈ ਆ। ਬਿਦਾਮਨ ਸਹਿਤ ਭੰਗ। ਏਵਾ ਦਾ ਏਲਾ ਦਾ ਮਤਲਬ ਲਾਚੀ, ਲਾਚੀਆਂ ਪਾਈਆਂ ਹੋਈਆਂ। ਲਵੰਗ ਦਾ ਮਤਲਬ ਲੌਂਗ ਵੀ ਪਾਏ ਆ। ਮਿਰਚਾਂ ਨਿਕਾਰੀ ਮਤਲਬ ਕਾਲੀਆਂ ਮਿਰਚਾਂ ਪਾਈਆਂ ਹੋਈਆਂ। ਮੇਲਿਓ ਗੁਲਾਬ ਵਿੱਚ ਸਰਦ ਬਾਰ। ਇਹ ਕੁਛ ਘੜੇ ਵਿੱਚ ਆ ਪਿਆਰਿਓ। ਇਹ ਗੱਲਾਂ ਜਿਹੜੀਆਂ ਇਹ ਕੋਈ ਸਟੇਜ 'ਤੇ ਕਰਕੇ ਸੰਗਤਾਂ ਨੂੰ ਸੁਣਾਵੇ ਤਾਂ ਕਵੀ ਸੰਤੋਖ ਸਿੰਘ ਦਾ ਪਾਪ ਜਿਹੜਾ ਸਾਰਿਆਂ ਨੂੰ ਪਤਾ ਲੱਗ ਜਾਵੇ, ਉਹ ਕਿੰਨਾ ਪਾਪ ਉਹਨੇ ਕੀਤਾ ਆ ਗੁਰੂ ਜੀ ਪ੍ਰਤੀ, ਕਿੰਨੀਆਂ ਉਹਨੇ ਇਹ ਅਸ਼ਰਦਾਹੀਣ ਸਾਖੀਆਂ ਘੜ ਕੇ ਇੱਥੇ ਸਾਨੂੰ ਦਿੱਤੀਆਂ ਹੋਈਆਂ। ਤੇ ਇਹਨੂੰ ਸਿੱਖਾਂ ਦਾ ਗ੍ਰੰਥ ਕਿਹਾ ਜਾਂਦਾ ਵੀ ਸਿੱਖਾਂ ਦਾ ਗ੍ਰੰਥ ਹੈ ਇਹ। ਸੂਰਜ ਪ੍ਰਕਾਸ਼, ਇਹ ਗੁਰੂ ਪਾਤਸ਼ਾਹ ਦੇ ਜੀਵਨ ਲਿਖੇ ਆ ਜੀਵਨ ਲਿਖੇ। ਤੋ ਇਹ ਘੜਾ ਜਿਹੜਾ ਭਰਿਆ ਹੋਇਆ ਭੰਗ ਤੇ ਹੋਰ ਮਸਾਲੇਦਾਰ ਚੀਜ਼ਾਂ ਵਿੱਚ ਰਲਾ ਕੇ ਇਹ ਜਿਹੜਾ ਮਸਾਲਾ ਤਿਆਰ ਕੀਤਾ ਆ ਭੰਗ ਦਾ, ਇਹ ਫਿਰ ਘੜਾ ਭਰ ਕੇ ਲੈ ਕੇ ਆਉਂਦਾ। ਹੁਣ ਦੇਖੋ ਇਹ ਘੜਾ ਜਿਹੜਾ ਆ ਇਹਨੂੰ ਫਿਰ ਕੀ ਕਰਦਾ, ਅਫੀਮ ਦੇ ਨਾਲ ਪੋਸ ਦੇ ਡੋਡੇ ਦਾ ਛਤਰ ਹੁੰਦਾ ਹੈ। ਇੱਥੇ ਜਿਹੜਾ ਟੂਕ ਲਿਖਣ ਲੱਗਾ, ਜਿਹੜਾ ਜਿਹਨੇ ਅਪਲੋਡ ਕੀਤਾ ਹੋਇਆ, ਉਹ ਵੀ ਇਹਦੇ ਬਾਰੇ ਕੁਝ ਗੱਲ ਲਿਖ ਰਿਹਾ। ਕਹਿੰਦੇ ਅਫੀਮ ਦੇ ਨਾਲ ਪੋਸ ਦੇ ਡੋਡੇ 'ਤੇ ਛਤਰ ਹੁੰਦਾ ਹੈ। ਅੱਗੇ ਐੜਾ ਵਿੱਚ ਲਿਖਦਾ, ਨਿਹੰਗ ਸਿੰਘ ਅਫੀਮ ਛਕ ਕੇ ਪਾਤਸ਼ਾਹੀ ਬੇਪਰਵਾਹੀ ਦੀ ਮੌਜ ਲੁੱਟਣ ਕਰਕੇ ਵੀ ਛਤਰਤਾਰ ਨਾਮ ਦੱਸਦੇ ਹਨ। ਅੱਗੇ ਇਹ ਲਿਖਦਾ ਹੈ, ਇਹ ਅਪਲੋਡ ਕਰਨ ਵਾਲਾ, ਸ਼ਾਇਦ ਕਵੀ ਜੀ ਗੁਰਬਲਾਸ ਕ੍ਰਿਤ ਭਾਈ ਸੁੱਖਾ ਸਿੰਘ ਦੇ ਮਗਰ ਚੱਲ ਰਹੇ ਹਨ, ਕਿਉਂਕਿ ਸੁੱਖਾ ਸਿੰਘ ਜਿਹੜਾ ਆ
ਉਹਨੇ ਗੁਰਬਲਾ ਦੇ ਪਾਤਸ਼ਾਹ 10ਵੀਂ ਵਿੱਚ ਇਹੀ ਕੜੀ ਘੋਲੀ ਆ ਕਿ 10ਵੇਂ ਪਾਤਸ਼ਾਹ ਦੇਵੀ ਦੇ ਪੁਜਾਰੀ ਤੇ ਹੋਰ ਕਈ ਕੁਛ ਕਰਨ ਵਾਲੇ ਆਪ ਖੋਜ ਨਹੀਂ ਕੀਤੀ। ਇਹ ਟੂਕ ਲਿਖ ਰਿਹਾ, ਆਪ ਖੋਜ ਨਹੀਂ ਕੀਤੀ। ਜੇ ਆਪ ਖੋਜ ਨਹੀਂ ਕੀਤੀ ਤਾਂ ਇਹਨੂੰ ਕਵੀ ਸੰਤੋਖ ਸਿੰਘ ਨੂੰ ਇਹ ਬਕਵਾਸ ਲਿਖਣ ਦੀ ਕੀ ਲੋੜ ਸੀ, ਜੇ ਆਪ ਖੋਜ ਨਹੀਂ ਕੀਤੀ। ਸਿੱਖ ਜਦ ਰਾਜ ਸਾਜ ਵਿੱਚ ਆ ਗਏ ਤਦ ਦੇ ਵਰਤਾਰੇ ਹਨ, ਤਦ ਦੇ ਵਰਤਾਰੇ ਜਦੋਂ ਰਾਜ ਸਾਜ ਵਿੱਚ ਆ ਗਏ। ਇਹ ਮਤਲਬ ਸਿੱਖ ਰਾਜ ਸਾਜ ਆ ਕੇ ਭੰਗ ਪੀਣ ਲੱਗ ਪਏ, ਨਸ਼ੇ ਕਰਨ ਲੱਗ ਪਏ। ਉਦੈ ਬਲ ਦੇ ਸਮੇਂ ਇਹ ਵਰਤਾਰੇ ਨਹੀਂ ਸਨ। ਦੇਖੋ ਰਾਸ਼ 34 ਅੰਸ਼ੂ 44 ਉਰਾ ਪਰਾ ਤੋਂ ਜਾਪਦਾ ਹੈ ਕਿ ਇਹ ਜਿਹੜਾ ਸੂਰਜ ਪ੍ਰਕਾਸ਼ ਨੂੰ ਅਪਲੋਡ ਕਰਨ ਵਾਲਾ ਸੱਜਣ ਆ, ਇਹ ਗੱਲਾਂ ਜਿਹੜੀਆਂ ਕਵੀ ਦੇ ਹੱਕ ਦੀਆਂ ਇਹ ਕਿਤੇ ਕਿਤੇ ਨਾਲ ਨਾਲ ਲਿਖੀ ਜਾਂਦਾ। ਕਵੀ ਨੂੰ ਦੋਸ਼ੀ ਨਹੀਂ ਪੂਰਾ ਠਹਿਰਾ ਰਿਹਾ ਹੈ, ਜਦੋਂ ਕਿ ਕਵੀ ਪੂਰਾ ਦੋਸ਼ੀ ਹੈ ਗੁਰੂ ਪਾਤਸ਼ਾਹ ਦੇ ਨਾਲ ਇਹ ਭੰਗ ਆਦਿਕ ਨਸ਼ੇ ਜੋੜਨ ਵਾਲਾ। ਹੁਣ ਦੇਖੋ 8ਵਾਂ ਬੰਦ ਜਿਹੜਾ ਇਹ ਕੀ ਕਹਿੰਦਾ ਹੈ, ਉਹ ਘੜਾ ਜਿਹੜਾ ਉਹਨੂੰ ਕੀ ਕੀਤਾ ਫਿਰ ਲਿਆ ਕੇ ਉਹਨੂੰ ਸਜਾ ਕੇ ਕਿੱਥੇ ਰੱਖਣਾ ਥੋੜੋ ਸੀ, ਉਹਨੂੰ ਘੜਾ ਭਰ ਕੇ ਸ਼ਰਾਬ ਲਿਆ ਜਿਹੜਾ ਹੈ ਇਹ ਭੰਗ ਆਦਿਕ ਦਾ, ਵਿੱਚ ਬਦਾਮ ਲੌਂਗ ਇਲਾਇਚੀਆਂ ਕਾਲੀਆਂ ਮਿਰਚਾਂ ਹੋਰ ਕਈ ਸੁਗੰਧੀਦਾਰ ਚੀਜ਼ਾਂ ਮਿਕਸ ਕੀਤੀਆਂ ਹੋਈਆਂ। ਤੇ ਇਹ ਜਦੋਂ ਗੁਰੂ ਜੀ ਬਾਹਰ ਖੜਾਕਾ ਹੁੰਦਾ ਸੁਣ ਕੇ ਜਾਗ ਪਏ ਤਾਂ ਇਹ ਫਿਰ ਸੇਵਕ ਉਦੋਂ ਆਉਂਦਾ ਆ। ਦੇਖੋ ਕੀ ਹੁੰਦਾ ਫਿਰ, ਜੋਤੇ ਛਤਰ ਧਾਰੀ ਸਤਿਗੁਰ ਛਕਾਏ। ਆ ਦੇਖੋ ਕਿੰਨਾ ਪਾਪ ਦੇ ਅਪਰਾਧ ਖੱਟਿਆ ਇਹਨੇ ਕਵੀ ਸੰਤੋਖ ਸਿੰਘ ਨੇ। ਉਹ ਕਹਿੰਦਾ ਜਿਹੜਾ ਫਿਰ ਲੈ ਕੇ ਆਇਆ ਘੜਾ, ਉਹਨੇ ਫਿਰ ਸਤਿਗੁਰੂ ਨੂੰ ਇਹ ਘੜਾ ਜਿਹੜਾ ਆ ਇਹਦੇ ਵਿੱਚੋਂ ਇਹ ਲਿਕੁਇਡ ਜਿਹੜਾ ਪਾਇਆ ਸੀ ਭਾਂਗਾ ਤੇ ਉਹਨੂੰ ਛਕਾਇਆ। ਸਤਿਗੁਰ ਛਕਾਏ ਪੁੰਨ ਸ਼ੌਚ ਨਾਲ ਕਰਤੇ ਬਣਾਏ। ਤੋ ਇਹਦਾ ਜਿਹੜਾ ਟੀਕਾ ਕਰਨ ਲੱਗਾ ਡਾਕਟਰ ਅਜੀਤ ਸਿੰਘ ਔਲਖ, ਉਹ ਵੀ ਕੀ ਲਿਖਦਾ ਇਹ ਵੀ ਸੁਣ ਲਓ ਨਾਲ। ਡਾਕਟਰ ਅਜੀਤ ਸਿੰਘ ਔਲਖ ਨੇ ਇਹ ਗੁਰਪ੍ਰਤਾਪ ਜਿਹੜਾ ਸੂਰਜ ਗ੍ਰੰਥ ਹੈ ਇਹਦਾ ਟੀਕਾ ਵੀ ਕੀਤਾ ਆ। ਤੇ ਉਹਦੇ ਟੀਕੇ ਵਿੱਚ ਪਤਾ ਕੀ ਲਿਖਦਾ ਹੈ ਔਲਖ, ਉਹ ਕਹਿੰਦਾ ਉਪਰੋਕਤ ਚੌਪਈ ਦੇ ਪਾਠ ਵਿੱਚ ਭੇਦਭਾਵ ਨਜ਼ਰ ਆ ਰਿਹਾ ਹੈ, ਇਸ ਲਈ ਇਸ ਸਵਈਏ ਦੇ ਅਰਥ ਪਾਠਕ ਜਨ ਆਪ ਹੀ ਕਰਨ ਦੀ ਖੇਚਲ ਕਰਨ ਵੀ ਤੂੰ ਕਾਹਦੇ ਵਾਸਤੇ ਆ, ਤੂੰ ਟੀਕਾ ਕਾਹਦੇ ਵਾਸਤੇ ਲਿਖ ਰਿਹਾ ਤੇ ਕਹਿ ਰਿਹਾ ਵੀ ਸੰਗਤ ਇਹਦੇ ਅਰਥ ਕਰਨ, ਤੇ ਤੂੰ ਫਿਰ ਟੀਕਾ ਤੈਨੂੰ ਲਿਖਣ ਦੀ ਕੀ ਲੋੜ ਹੈ ਜੇ ਸੰਗਤਾਂ ਨੇ ਅਰਥ ਕਰਨੇ ਸੀ ਤੇ ਸੰਗਤਾਂ ਅਰਥ ਆਪਣੇ ਆਪ ਕਰੀ ਜਾਂਦੀਆਂ। ਤੇ ਜੇ ਤੂੰ ਟੀਕਾ ਕਰ ਰਿਹਾ ਤੂੰ ਇਹਦੇ ਅਰਥ ਕਰ ਤੇ ਨਾਲੇ ਲਾਹਨਤਾਂ ਪਾ ਇਹ ਕਵੀ ਸੰਤੋਖ ਸਿੰਘ ਨੂੰ ਕਿ ਉਹਨੇ ਇਸ ਤਰ੍ਹਾਂ ਊਲ ਜਲੂਲ ਲਿਖ ਕੇ ਸਤਿਗੁਰੂ ਪਾਤਸ਼ਾਹ ਦੀ ਬੜੀ ਨਰਾਦਰੀ ਕੀਤੀ ਹੈ। ਉਹ ਇਸ ਗੱਲ ਤੋਂ ਵੀ ਡਰ ਗਿਆ। ਇਹ ਡਾਕਟਰ ਅਜੀਤ ਸਿੰਘ ਔਲਖ ਨਾ ਤਾਂ ਇਹਦੇ ਅਰਥ ਕੀਤੇ ਆ ਆਪਣੇ ਟੀਕੇ ਵਿੱਚ ਜਿਹੜਾ ਇਹਨੇ ਲਿਖਿਆ ਸੂਰਜ ਪ੍ਰਕਾਸ਼ ਦਾ, ਤੇ ਨਾ ਹੀ ਇਹ ਗੱਲ ਲਿਖੀ ਆ ਕਿ ਇਹ ਬਕਵਾਸ ਲਿਖਿਆ ਹੋਇਆ, ਇੱਦਾਂ ਵੀ ਨਹੀਂ ਲਿਖਿਆ, ਛੱਡ ਗਿਆ ਇਸ ਨੂੰ। ਇੱਦਾਂ ਕਥਾਵਾਚਕ ਕਰਦੇ ਆ, ਛੱਡ ਜਾਂਦੇ ਆ, ਨਾ ਅਰਥ ਕਰਦੇ ਆ ਤੇ ਨਾ ਸੰਗਤਾਂ ਨੂੰ ਦੱਸਦੇ ਆ ਵੀ ਇਹ ਜਿਹੜੀਆਂ ਗੱਲਾਂ ਇਹ ਪਾਪੀ ਬਿਰਤੀ ਨਾਲ ਸੰਤੋਖ ਸਿੰਘ ਨੇ ਲਿਖੀ ਹੋਈਆਂ, ਉਹਦੀ ਪਾਪੀ ਬਿਰਤੀ ਇੱਥੋਂ ਜ਼ਾਹਰ ਹੁੰਦੀ ਹੈ। ਤੋ ਜਿਹੜਾ ਘੜਾ ਸੀ ਉਹ ਫਿਰ ਸਤਿਗੁਰੂ ਨੂੰ ਛਕਾਇਆ। ਜੋਤ ਛਤਰ ਧਾਰ ਸਤਿਗੁਰ ਛਕਾਏ ਪੁੰਨ ਸ਼ੌਚ ਨਾਨ ਕਰਤੇ ਬਣਾਏ। ਤੇ ਇਹਦਾ ਮਤਲਬ ਹੈ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਸ਼ਨਾਨ ਆਦਿ ਕੀਤਾ। ਬਹੁਤ ਦੂਰ ਦੇਸ਼ ਕੇ ਬਸਤਰ ਆਏ ਸੁਖਮ ਵਿਸਾਲ ਮੁੱਲ ਕੋ ਮੰਗਾਏ। ਤੋ ਇਸ ਤਰ੍ਹਾਂ ਉਹਨਾਂ ਨੇ ਪਹਿਲਾਂ ਇਹ ਜਿਹੜਾ ਭੰਗ ਆਦਿ ਤਿਆਰ ਕੀਤੀ ਸੀ ਘੜਾ ਇਹ ਛਕਾਇਆ ਇਹਨੇ ਸੇਵਕ ਨੇ, ਤੇ ਗੁਰੂ ਜੀ ਨੇ ਛਕ ਕੇ ਉਹ ਤੋਂ ਬਾਅਦ ਫਿਰ ਇਸ਼ਨਾਨ ਆਦਿ ਕੀਤਾ ਤੇ ਬਸਤਰ ਧਾਰੇ। ਕੀ ਇਹ ਗੱਲਾਂ ਕਵੀ ਸੰਤੋਖ ਸਿੰਘ ਨੂੰ ਲਿਖਣ ਵਾਲੀਆਂ ਸੀ? ਲਿਖਦਾ ਰਿਹਾ 10ਵੇਂ ਪਾਤਸ਼ਾਹ ਦਾ ਇਤਿਹਾਸ, ਤੇ ਉਹਦੇ ਵਿੱਚ ਆ ਜਿਹੜਾ ਬਕਵਾਸ ਮਾਰ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਦੀ ਸਾਰੀ ਫਿਲਾਸਫੀ ਰੱਦ ਕਰ ਰਿਹਾ ਇੱਥੇ, 10ਵੇਂ ਪਾਤਸ਼ਾਹ ਨੂੰ ਇੱਕ ਤਰ੍ਹਾਂ ਜ਼ੀਰੋ ਬਣਾ ਰਿਹਾ ਭੰਗ ਨਸ਼ੇ ਨਾਲ ਜੋੜ ਕੇ। ਤੋ ਗੁਰੂਆਂ ਨੇ ਤੇ ਸਿੱਖਾਂ ਨੂੰ ਇਹ ਨਸ਼ਿਆਂ ਤੋਂ ਮੁਕਤ ਕੀਤਾ, ਨਸ਼ਿਆਂ ਤੋਂ ਬਾਹਰ ਕੱਢਿਆ। ਵਾਰ-ਵਾਰ ਬਾਣੀ ਵਿੱਚ ਲਿਖਿਆ ਜਿਤ ਪੀਤਾ ਮਤ ਦੂਰ ਹੈ ਬਰਲ ਪਵੇ ਵਿੱਚ ਆਏ, ਨਸ਼ਿਆਂ ਬਾਰੇ ਬੜਾ ਕੁਛ ਲਿਖਿਆ। ਤੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ ਲਿਖਿਆ। ਭਾਉ ਤੇਰਾ ਭਾਂਗ ਜਿਹੜਾ ਡਰ ਹੈ, ਰੱਬੀ ਡਰ ਹੈ ਗੁਰੂ ਪਰਮੇਸ਼ਰ ਦਾ,
ਉਹੀ ਭੰਗ ਹੈ। ਇਹ ਭੰਗ ਪੀਣ ਵਾਸਤੇ ਕਿਤੇ ਨਹੀਂ ਲਿਖਿਆ ਆ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਜਿਹੜਾ ਮੇਰਾ ਚਿੱਤ ਹੈ ਉਹ ਇੱਕ ਖਲੜੀ ਦੀ ਤਰ੍ਹਾਂ ਆ ਜਿਹਦੇ 'ਚ ਭੰਗ ਰੱਖੀ ਜਾਂਦੀ ਹੈ। ਅਤੇ ਮੈਂ ਰੱਬ ਦਾ ਡਰ ਜਿਹੜਾ ਆਪਣੇ ਮਨ 'ਚ ਵਸਾ ਕੇ ਰੱਖਦਾ ਹਾਂ। ਇਹ ਇੱਦਾਂ ਮੈਂ ਭੰਗ, ਇਹ ਮੈਂ ਇਸ ਤਰ੍ਹਾਂ ਭੰਗ ਵਰਤਦਾ ਹਾਂ। ਇਹ ਮੇਰੀ ਭੰਗ ਹੈ, ਰੱਬ ਦਾ ਡਰ ਜਿਹੜਾ। ਇੱਥੇ ਤਾਂ ਭੰਗ ਦੇ ਘੜੇ ਪਿਲਾ ਰਿਹਾ ਹੈ। ਤਾਂ ਇੱਥੇ ਇਹ 8ਵਾਂ ਨੰਬਰ ਜਿਹੜਾ ਸੀ ਬੰਦ, ਜਿਹੜਾ ਇੱਥੋਂ ਤੱਕ ਆਪਾਂ ਦੇਖਿਆ ਕਿ ਕਿੱਦਾਂ ਕਵੀ ਨੇ ਗੁਰੂ ਜੀ ਨੂੰ ਪਹਿਲਾਂ ਤਾਂ ਜਦੋਂ ਸੁਲਾਇਆ ਅਤੇ ਸੁੱਧ ਬੁੱਧ ਨਹੀਂ ਰਹਿੰਦੀ ਸਵੇਰ ਨੂੰ ਉੱਠਣਾ ਕਿ ਨਹੀਂ ਉੱਠਣਾ, ਅਤੇ ਫਿਰ ਖੜਾਕੇ ਬਾਹਰ ਕੀਤੇ ਜਾਂਦੇ ਆ, ਮਰਦੰਗ ਵਜਾਏ ਜਾਂਦੇ ਆ, ਘੜਿਆਲ ਵਜਾਏ ਜਾਂਦੇ ਆ। ਇਹ ਸੁਣ ਕੇ ਗੁਰੂ ਜੀ ਦੀ ਨੀਂਦ ਖੁੱਲ੍ਹਦੀ ਆ। ਅਤੇ ਫਿਰ ਆ ਤੁਹਾਡੇ ਸਾਹਮਣੇ ਇਹ ਘੜਾ ਜਿਹੜਾ ਆ ਭੰਗ ਦਾ, ਇੱਕ ਸੋਨੇ ਦਾ ਘੜਾ ਜਿਹੜਾ ਭਰ ਕੇ ਲੈ ਕੇ ਆਉਂਦਾ ਅਤੇ ਗੁਰੂ ਜੀ ਨੂੰ ਛਕਾਉਂਦੇ ਆ ਅਤੇ ਫਿਰ ਉੱਠ ਕੇ ਇਸ਼ਨਾਨ ਕਰਦੇ। ਇਹ ਦੇਖੋ, ਇਹ ਗੱਲਾਂ ਜਿਹੜੀਆਂ ਇਹ ਸੂਰਜ ਪ੍ਰਕਾਸ਼ ਦੀਆਂ ਲਿਖੀਆਂ ਹੋਈਆਂ ਆ। ਹੈ ਨਾ, ਘੋਰ ਅਪਰਾਧ ਕੀਤਾ ਆ। ਹੁਣ ਆਪਾਂ ਦੇਵੀ ਦੀ ਕਹਾਣੀ ਦੇ ਵਿੱਚ ਚੱਲਦੀ ਆ, ਇਹਦੇ ਵਿੱਚ ਹੀ ਇਹ ਕਵੀ ਨੇ ਸਭ ਕੁਝ ਵਾੜਿਆ ਆ। ਅਤੇ ਹੁਣ ਆਪਾਂ ਦੇਖਦੇ ਹਾਂ ਇਹ ਅਫੀਮ ਜਿਹੜੀ ਆ ਇਹ ਵੀ ਗੁਰੂ ਜੀ ਨਾਲ ਜੋੜਦਾ, ਕਿੱਦਾਂ ਜੋੜਦਾ ਆ। ਇਹ 26 ਨੰਬਰ ਜਿਹੜਾ ਅੱਗੇ ਇਹਦਾ ਬੰਦ ਆਉਂਦਾ, ਇਸੇ ਕੰਟੀਨਿਊਟੀ ਵਿੱਚ ਇਹ 26 ਨੰਬਰ ਬੰਦ ਹੈ। ਅਤੇ ਗੱਲਾਂ ਪਹਿਲਾਂ ਚੱਲ ਰਹੀਆਂ, ਜਿਹੜਾ ਕੇਸ਼ਵ ਦਾਸ ਪੰਡਤ ਬ੍ਰਾਹਮਣ ਆ, ਉਹ ਦੇਵੀ ਦੀ ਪੂਜਾ ਕਰਾਉਣ ਵਾਸਤੇ ਉਹ ਆਉਂਦਾ ਆ। ਉਹ ਆਇਆ ਆ, ਉਹਦਾ ਸੁਨੇਹਾ ਮਿਲਦਾ ਵੀ ਇੱਕ ਬ੍ਰਾਹਮਣ ਬਾਹਰ ਕੇਸ਼ਵ ਦਾਸ ਆਇਆ ਹੋਇਆ, ਕਿਤੇ ਬੈਠਾ ਹੈ। ਅਤੇ ਉਹਨੂੰ ਫਿਰ ਸੱਦ ਕੇ ਲਿਆਉਂਦੇ ਆ। ਲੱਡੂ ਉਹਦੇ ਮੂਹਰੇ ਕਿੰਨੇ 5 ਮਣ ਪੱਕੇ ਲੱਡੂ ਢੇਰ ਕਰਦੇ ਉਹਦੇ ਮੂਹਰੇ, ਉਰਾ ਪਰਾ। ਇਹ ਸਾਰਾ ਕੁਛ ਆਪਾਂ ਬਾਅਦ ਵਿਚਾਰਾਂਗੇ। ਤੋ ਇਹ ਸਾਰੀਆਂ ਗੱਲਾਂ ਚੱਲ ਰਹੀਆਂ। ਇਹਦੇ ਵਿੱਚ ਜਿਹੜਾ ਦਇਆ ਰਾਮ ਅਤੇ ਨੰਦ ਚੰਦ ਆ, ਜਿਹੜੇ ਇਹ ਪੰਡਤ ਬਾਹਮਣ ਕੋਲ ਕੇਸ਼ਵ ਦਾਸ ਕੋਲ ਜਾਂਦੇ ਆ ਪਤਾ ਕਰਨ ਵੀ ਉਹਨੂੰ ਕੀ ਚਾਹੀਦਾ, ਕਿਹੜੀਆਂ ਵਸਤੂਆਂ ਚਾਹੀਦੀਆਂ। ਇਹ ਸਾਰਾ ਕੁਛ ਉੱਥੋਂ ਹੋ ਕੇ ਆਉਂਦੇ ਆ। ਅਤੇ ਦਇਆ ਰਾਮ ਅਤੇ ਨੰਦ ਚੰਦ ਕੋਲੋਂ ਸਾਰੀ ਗੱਲ ਸੁਣ ਕੇ ਉਹਨੇ ਸਾਰੀ ਗੱਲ ਜਿਹੜੀ ਆ ਗੁਰੂ ਜੀ ਪਾਸ ਆ ਕੇ ਸੁਣਾਈ। ਦਇਆ ਰਾਮ ਅਤੇ ਨੰਦ ਚੰਦ ਨੇ ਜਿਹੜੀ ਗੱਲ ਇਹਨਾਂ ਨੇ ਕੇਸ਼ਵ ਦਾਸ ਬਾਹਮਣ ਕੋਲੋਂ ਸੁਣੀ ਸੀ, ਉਹ ਆ ਕੇ ਗੁਰੂ ਜੀ ਨੂੰ ਦੱਸ ਦਿੱਤੀ। ਅਤੇ ਫਿਰ ਗੁਰੂ ਜੀ ਨੇ ਕੀ ਕਿਹਾ, ਗੁਰ ਕਹਿਓ ਫੇਰ ਸੁਧ ਲਿਹੋ ਸਰਬ। ਆ ਦੇਖੋ 25 ਨੰਬਰ ਬੰਦ 'ਚ ਲਿਖਿਆ ਆ। ਇਸ ਤੋਂ ਪਹਿਲਾਂ 24 ਨੰਬਰ ਬੰਦ ਜਿਹੜਾ ਆ, ਉਹਦੇ ਵਿੱਚ ਇਹ ਕਹਾਣੀ ਆ ਦਇਆ ਰਾਮ ਅਤੇ ਨੰਦ ਚੰਦ ਜਿਹੜੇ ਆ ਇਹ ਕੇਸ਼ਵ ਦਾਸ ਦੇ ਬਾਹਮਣ ਕੋਲੋਂ ਹੋ ਕੇ ਆਉਂਦੇ ਆ। ਅਤੇ ਗੁਰ ਕਹਿਓ ਫੇਰ ਸੁਧ ਲਿਹੋ ਸਰਬ, ਸਹਿ ਵਿਦਿਆ ਗੁਣੀ ਹੋਤ ਗਰਭ, ਸੁਣ ਕੇ ਦੀਵਾਨ ਸਭ ਕਿਛ ਪਹੁੰਚਾਏ, ਬਾਂਛਤ ਜੇ ਬਸਤ ਜੋ ਜੋ ਬਤਾਏ। ਤੋ ਜਿਹੜੀਆਂ ਚੀਜ਼ਾਂ ਪੰਡਤ ਨੇ ਮੰਗੀਆਂ ਸਨ, ਉਹ ਬ੍ਰਾਹਮਣ ਨੇ ਕੇਸ਼ਵ ਦਾਸ ਨੇ ਉਹ ਸਾਰੀਆਂ ਗੁਰੂ ਜੀ ਨੇ ਕਿਹਾ ਤੁਸੀਂ ਉੱਥੇ ਫਟਾਫਟ ਪਹੁੰਚਾ ਦਿਓ। ਦਿਨ ਗਿਓ ਬੀਤ ਰਹਿ ਜਾਮ ਏਕ, ਕਸ਼ ਕਰ ਆਰਾਮ ਸਾਗਰ ਵਿਵੇਕ। ਅਤੇ 25 ਨੰਬਰ ਬੰਦ ਵਿੱਚ ਕਵੀ ਲਿਖਦਾ ਕਿ ਵਸਤੂਆਂ ਜਿਹੜੀਆਂ ਮੰਗੀਆਂ ਉਹ ਕੇਸ਼ਵ ਦਾਸ ਕੋਲ ਪਹੁੰਚ ਗਈਆਂ। ਸਾਰਾ ਦਿਨ ਬੀਤ ਗਿਆ, ਇੱਕ ਪੈਰ ਬਾਕੀ ਰਹਿ ਗਿਆ। ਫਿਰ ਕਹਿੰਦੇ ਗੁਰੂ ਜੀ ਨੇ ਆਰਾਮ ਕੀਤਾ। ਕਵੀ ਕਹਿੰਦਾ ਕੁਛ ਕਰ ਆਰਾਮ ਸਾਗਰ ਵਿਵੇਕ, ਆਰਾਮ ਕਰਨਾ ਸ਼ੁਰੂ ਕਰਤਾ। ਹੁਣ ਆ ਜਾਓ 26 ਨੰਬਰ ਬੰਦ ਵੱਲ। ਆਰਾਮ ਤੋਂ ਬਾਅਦ ਫਿਰ ਕੀ ਹੁੰਦਾ ਆ, ਇਹ ਕਵੀ ਸੰਤੋਖ ਸਿੰਘ ਇੱਥੇ ਕੀ ਫਿਰ ਗੁਪੌੜ ਛੱਡ ਰਿਹਾ, ਕੀ ਇਹ ਫਿਰ ਪਾਪ ਖੱਟ ਰਿਹਾ ਇੱਥੇ। ਇਹ ਕਹਿੰਦਾ ਸੁੱਖਾ ਅਫੀਮ ਸ਼ਕ ਸ਼ੌਚ ਠਾਨ, ਤਿਸ ਕਾਲ ਬਹੁਰ ਕਰਕੇ ਇਸ਼ਨਾਨ, ਤਨ ਬਸਤਰ ਸ਼ਸਤਰ ਕੋ ਪਹਿਰ ਲੀਨ, ਕਲਗੀ ਸੋ ਜਗ੍ਹਾ ਸਿਰ ਧਰਨ ਕੀਨ। ਇਹ ਹੈ 26 ਨੰਬਰ ਬੰਦ ਤੁਹਾਡੇ ਸਾਹਮਣੇ ਆ ਪਿਆਰਿਓ। ਇਹ ਔਨਲਾਈਨ ਸਾਰਾ ਕੁਝ ਮਿਲਦਾ ਆ। ਜਿਹਦੇ ਕੋਲ ਘਰ ਵਿੱਚ ਇਹ ਸੂਰਜ ਪ੍ਰਕਾਸ਼ ਨਹੀਂ ਪਿਆ ਔਰ ਉਹਦੇ ਕੋਲ ਕੰਪਿਊਟਰ ਜਾਂ ਫੋਨ ਵਗੈਰਾ ਹੈ, ਉਹ ਇੱਥੋਂ ਇਹ ਸਾਰਾ ਕੁਝ ਦੇਖ ਸਕਦਾ। ਮੈਂ ਇਸ ਕਰਕੇ ਦਿਖਾ ਰਿਹਾ।
ਅਸਲ ਜਿਹੜਾ ਟੈਕਸਟ ਹੈ ਉਹ ਮੈਂ ਕੈਮਰੇ ਦੇ ਅੱਗੇ ਦਿਖਾ ਰਿਹਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਰਹੇ ਵੀ ਇੱਥੇ ਕੀ ਗੱਲਾਂ ਚੱਲਦੀਆਂ। ਆ ਸਾਫ਼ ਦੇਖੋ ਲਿਖਿਆ, ਸੁੱਖਾ ਅਫੀਮ ਛਕ ਸ਼ੌਚ ਠਾਨ। ਜਦੋਂ ਆਰਾਮ ਕੀਤਾ ਗੁਰੂ ਜੀ ਨੇ, ਉਸ ਤੋਂ ਬਾਅਦ ਫਿਰ ਕੀ ਹੋਇਆ? ਉਸ ਤੋਂ ਬਾਅਦ ਫਿਰ ਉਹਨਾਂ ਨੇ ਸੁੱਖਾ ਅਫੀਮ ਇਹ ਵੀ ਛਕੇ। ਉਸ ਤੋਂ ਬਾਅਦ ਸ਼ੌਚ ਠਾਨ, ਉਸ ਤੋਂ ਬਾਅਦ ਫਿਰ ਉਹਨਾਂ ਨੇ, ਸ਼ੌਚ ਦਾ ਮਤਲਬ ਹੁੰਦਾ ਆ ਨਹਾਉਣਾ ਧੋਣਾ, ਕੀਤਾ, ਸ਼ੌਚ ਇਸ਼ਨਾਨ ਕੀਤਾ। ਤਿਸ ਕਾਲ ਬਹੁ ਕਰਕੇ ਇਸ਼ਨਾਨ, ਤਨ ਬਸਤਰ ਸ਼ਸਤਰ ਕੋ ਪਹਿਰ ਲੀਨ। ਤੋ ਇੱਥੇ ਦੇਖੋ ਪਹਿਲਾਂ ਕਵੀ ਨੇ ਇੱਕ ਘੜਾ ਭਰਿਆ ਜਿਹੜਾ ਭੰਗ ਦਾ, ਉਹ ਸੇਵਕ ਦੇ ਕੋਲੋਂ ਉਹ ਗੁਰੂ ਜੀ ਨੂੰ ਛਕਾ ਦਿੱਤਾ। ਇੱਥੇ ਫਿਰ ਆ ਕੇ ਕਵੀ ਨੇ ਕਿਹਾ ਕਿ ਗੁਰੂ ਜੀ ਆਰਾਮ ਕਰਨ ਲੱਗ ਪਏ। ਉਸ ਤੋਂ ਬਾਅਦ ਫਿਰ ਜਦੋਂ ਉੱਠੇ ਉਹਨਾਂ ਸੁੱਖਾ ਛਕਿਆ, ਅਫੀਮ ਛਕੀ, ਅਤੇ ਉਸ ਤੋਂ ਬਾਅਦ ਫਿਰ ਇਸ਼ਨਾਨ ਵਗੈਰਾ ਕੀਤਾ, ਫਿਰ ਬਸਤਰ ਪਹਿਨ ਲਿਆ, ਕਲਗੀ ਪਹਿਨ ਲਈ ਅਤੇ ਸਿਰ ਦੇ ਉੱਤੇ ਇਹ ਸਾਰੇ ਬਸਤਰ ਸਜਾ ਲਏ। ਇਹ ਗੱਲਾਂ ਇਹ ਕਵੀ ਸੰਤੋਖ ਸਿੰਘ ਲਿਖ ਕੇ ਕਿ ਇਹ ਪਾਪੀ ਨਹੀਂ ਬਣ ਰਿਹਾ, ਇਹ ਅਪਰਾਧੀ ਨਹੀਂ ਬਣ ਰਿਹਾ, ਇਹਦੀ ਕੋਈ ਸਾਰ ਲੈਣ ਵਾਲਾ ਹੈ ਨਹੀਂ, ਨਾ ਜਥੇਦਾਰ ਅਤੇ ਨਾ ਸ਼੍ਰੋਮਣੀ ਕਮੇਟੀ ਵੀ ਇੰਨਾ ਕੁਛ ਲਿਖ ਗਿਆ ਹੈ ਅਤੇ ਉਹਨਾਂ ਦੇ ਮੂੰਹ ਬੰਦ ਹੈ, ਉਹ ਕੁਝ ਨਹੀਂ ਬੋਲ ਰਿਹਾ ਇਸ ਬਾਰੇ ਵੀ ਇਹ ਉਹਨੇ ਅਨਰਥ ਇਸ ਤਰ੍ਹਾਂ ਕਿਉਂ ਕੀਤਾ ਅਤੇ ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਇਹਨੂੰ ਕੀ ਕੀਤਾ ਜਾਵੇ, ਇਹਦੇ ਵਿੱਚ ਜੋ ਇਹ ਬਕਵਾਸ ਭਰਿਆ ਪਿਆ ਕਿਵੇਂ ਕੱਢਿਆ ਜਾਵੇ, ਅਜੇ ਤੱਕ ਵਿੱਚੇ ਚੱਲ ਰਿਹਾ, ਕਿਸੇ ਨੇ ਕੱਢਿਆ। ਹੁਣ ਦੇਖੋ ਡਾਕਟਰ ਅਜੀਤ ਸਿੰਘ ਔਲਖ ਜਦੋਂ ਇਹ ਸੁੱਕਾ ਅਫੀਮ ਵਾਲੀ ਇਹ ਚੌਪਈ ਆਉਂਦੀ ਆ, ਚੌਂ ਪਦਾਂ ਵਾਲੀ ਇਹ 26 ਨੰਬਰ, ਉੱਥੇ ਪਤਾ ਕੀ ਲਿਖ ਰਿਹਾ? ਕਹਿੰਦਾ ਉਪਰੋਕਤ ਚੌਪਈ ਦੇ ਪਾਠ ਵਿੱਚ ਭੇਦਭਾਵ ਨਜ਼ਰ ਆ ਰਿਹਾ, ਇਸ ਲਈ ਇਸ ਚੌਪਈ ਦੇ ਅਰਥ ਪਾਠਕ ਜਨ ਆਪ ਹੀ ਕਰਨ ਦੀ ਖੇਚਲ ਕਰਨ ਵੀ ਤੂੰ ਕਾਹਦੇ ਵਾਸਤੇ ਇਹਦਾ ਟੀਕਾ ਲਿਖ ਰਿਹਾ, ਜੇ ਸੰਗਤਾਂ ਨੂੰ ਕਹਿ ਰਹੇ ਆਪ ਹੀ ਖਿੱਚ, ਤੂੰ ਸਿੱਧੇ ਲਿਖ, ਸਿੱਧੇ ਅਰਥ ਲਿਖ, ਉਹ ਦੱਸ ਵੀ ਇਹ ਕਿੰਨਾ ਉਹਨੇ ਅਪਰਾਧ 'ਚ ਪਾਪ ਕੀਤਾ ਆ। ਇਹ ਗੱਲਾਂ ਤੋਂ ਡਾਕਟਰ ਅਜੀਤ ਸਿੰਘ ਔਲਖ ਵੀ ਪਾਸਾ ਵੱਟ ਗਿਆ, ਇਹਦੇ ਅਰਥ ਨਹੀਂ ਕਰਕੇ ਗਿਆ ਅਤੇ ਲੋਕਾਂ ਨੂੰ ਕਹਿਤਾ, ਸਿੱਖਾਂ ਨੂੰ ਕਹਿਤਾ ਇਹਦੇ ਪਾਠਕ ਜਨ ਇਹਦੇ ਅਰਥ ਆਪ ਹੀ ਕਰ ਲੈਣ। ਵੀ ਉਹ ਕੀ ਅਰਥ ਕਰ ਲੈਣਗੇ? ਜਾਂ ਤੂੰ ਟੀਕਾ ਲਿਖ ਰਿਹਾ, ਤੂੰ ਸਮਝਾ ਰਿਹਾ ਲੋਕਾਂ ਨੂੰ ਅਰਥ, ਅਤੇ ਇਹਦੇ ਵੀ ਸਮਝਾ ਵੀ ਕੀ ਆ ਇਹ ਲੋਕ ਕਰ ਲੈਣ ਤੇ ਬਾਕੀ ਤੂੰ ਆਪ ਕਰੀ ਜਾ। ਤੋ ਪਿਆਰਿਓ ਇਹ 26 ਨੰਬਰ ਬੰਦ ਜਿਹੜਾ ਸੀ ਤੇ ਇਹਦੇ ਵਿੱਚ ਆਪਾਂ ਦੇਖਿਆ ਕਿ ਕਵੀ ਨੇ ਗੁਰੂ ਜੀ ਨਾਲ ਇੱਥੇ ਅਫੀਮ ਵੀ ਜੋੜ ਦਿੱਤੀ, ਪਹਿਲਾਂ ਭੰਗ ਜੋੜਤੀ, ਹੁਣ ਇੱਥੇ ਸੁੱਖਾ ਇਹਦਾ ਨਾਂ ਹੋਰ ਲਿਖ ਕੇ ਨਾਲ ਅਫੀਮ ਵੀ ਜੋੜ ਦਿੱਤੀ। ਤੋ ਇਹ ਗੱਲਾਂ ਜਿਹੜੀਆਂ ਕਵੀ ਨੇ ਗੁਰੂ ਜੀ ਨਾਲ ਜੋੜੀਆਂ, ਇਸ ਨਾਲ ਕਵੀ ਕਿਸੇ ਪ੍ਰਕਾਰ ਦੀ ਹਮਦਰਦੀ ਦਾ ਕੋਈ ਹੱਕਦਾਰ ਨਹੀਂ। ਇੰਨਾ ਕੁਛ ਜਿਹੜਾ ਲਿਖ ਗਿਆ ਗੁਰੂ ਪਾਤਸ਼ਾਹ ਦੇ ਬਰਖਲਾਫ। ਤੋ ਇੱਥੇ ਆਪਾਂ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ। ਅਤੇ ਇਹ ਜਿਹੜਾ ਕੇਸ਼ਵ ਦਾਸ ਦਾ ਆਉਣਾ ਆ ਦੇਵੀ ਦੀ ਪੂਜਾ ਕਰਾਉਣ ਵਾਸਤੇ, ਇਹਨੂੰ ਵਿਚੋਲਾ ਬਣਾਇਆ ਜਾਣਾ ਕੇਸ਼ਵ ਦਾਸ ਬ੍ਰਾਹਮਣ ਨੂੰ, ਅਤੇ ਇਹਦੇ ਵਿੱਚੋਂ ਆਪਾਂ ਦੋ ਚੀਜ਼ਾਂ ਕੱਢੀਆਂ ਕਿ ਕਿਸ ਤਰ੍ਹਾਂ ਕਵੀ ਗੁਰੂ ਜੀ ਦੇ ਨਾਲ ਭੰਗ ਅਫੀਮ ਆਦਿ ਕੋਈ ਜੋੜ ਰਿਹਾ, ਅਤੇ ਇਹ ਕੇਸ਼ਵ ਦਾਸ ਵਾਲੀ ਕਹਾਣੀ ਜਿਹੜੀ ਹੈ ਅੱਗੇ ਚੱਲੀ ਜਾਂਦੀ ਹੈ, ਅਤੇ ਕਿਵੇਂ ਗੁਰੂ ਜੀ ਕੋਲੋਂ ਜਾ ਕੇ ਦੁਰਗਾ ਪੂਜਾ ਕਰਵਾਉਂਦਾ, ਅਤੇ ਗੁਰੂ ਜੀ ਕਿਵੇਂ ਫਿਰ ਇਹਦੇ ਵਿੱਚ ਸਾਰੇ ਮਸਤ ਹੁੰਦੇ ਆ ਦੁਰਗਾ ਦੀ ਪੂਜਾ ਵਿੱਚ। ਇਹ ਆਪਾਂ ਫਿਰ ਗਾਂ ਜਾਰੀ ਰੱਖਾਂਗੇ। ਤਾਂ ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਸੂਰਜ ਪ੍ਰਕਾਸ਼ ਦੇ ਗਪੌੜੇ ਭਾਗ ਨੰਬਰ 16 ਹੈ, ਜਿਸ ਵਿੱਚ ਕਵੀ ਸੰਤੋਖ ਸਿੰਘ ਨੇ ਕੋਈ ਡਰ ਭੌ ਨਹੀਂ ਗੁਰੂ ਦਾ ਮੰਨਿਆ। ਇਹਨੂੰ ਲੱਗਦਾ ਵੀ ਇਹਨੂੰ ਕੋਈ ਬਾਣੀ ਦਾ ਗਿਆਨ ਨਹੀਂ ਹੈ, ਬਾਣੀ ਦੇ ਅਰਥ ਇਹਨੂੰ ਪਤਾ ਹੀ ਨਹੀਂ ਹੈ, ਬਾਣੀ ਦਾ ਉਪਦੇਸ਼ ਕੀ ਹੈ। ਇਹ ਧੱਕੇ ਨਾਲ ਹੀ 10ਵੇਂ ਪਾਤਸ਼ਾਹ ਨਾਲ ਭੰਗ ਜੋੜ ਰਿਹਾ, ਅਫੀਮ ਜੋੜ ਰਿਹਾ, ਅਤੇ ਇਹ ਵੀ ਕਹਿ ਰਿਹਾ ਕਿ ਉਹ ਸਵੇਰ ਵੇਲੇ ਉਹਨਾਂ ਨੂੰ ਉੱਠਣ ਦੀ ਸੁੱਧ ਬੁੱਧ ਨਹੀਂ ਹੁੰਦੀ, ਅਤੇ ਬਾਹਰ ਘੰਟੇ ਵਜਾਏ ਜਾਂਦੇ ਆ, ਘੜਿਆਲ ਖੜਕਾਏ ਜਾਂਦੇ ਆ, ਮਰਦੰਗ ਵਜਾਏ ਜਾਂਦੇ ਆ, ਰੌਲਾ ਪਾਇਆ ਜਾਂਦਾ ਵੀ ਦਿਨ ਚੜ੍ਹ ਗਿਆ, ਗੁਰੂ ਜੀ ਉੱਠੋ। ਇਹ ਗੱਲਾਂ ਜਿਹੜੀਆਂ ਕਵੀ ਸੰਤੋਖ ਸਿੰਘ ਲਿਖ ਕੇ ਬੜਾ ਪਾਪੀ ਬਣਿਆ ਅਤੇ ਬੜਾ ਭਾਰੀ ਉਹਨੇ ਅਪਰਾਧ ਕੀਤਾ। ਅਤੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ